ਜਿਹੜੀ ਮੌਜੂ 'ਤੇ ਮੈਂ ਵੀਡੀਓ ਬਣਾਉਣ ਚੱਲਾਂ ਬਹੁਤ ਹੀ ਇੱਕ ਨਾ ਦਿਲ ਖਰਾਸ਼ ਜਿਹਾ ਵਾਕਿਆ ਵਾ ਤੇ ਸਮਝ ਨਹੀਂ ਲੱਗ ਰਹੀ ਕਿ ਅਸੀਂ ਉਹ ਵੀਡੀਓ ਦੇ ਮਤਲਬ ਉਹ ਮੌਜੂ 'ਤੇ ਕਿਸ ਤਰੀਕੇ ਨਾਲ ਗੱਲ ਕਰੀਏ। ਮਤਲਬ ਤੁਸੀਂ ਇਹ ਕਹਿ ਲਓ ਕਿ ਅਲਫਾਜ਼ ਨਹੀਂ ਮਿਲ ਰਹੇ ਕਿ ਅਸੀਂ ਕਿਸ ਤਰੀਕੇ ਨਾਲ ਅਸੀਂ ਆਪਣਾ ਮਤਲਬ ਕਿੱਸਾ ਬਿਆਨ ਕਰੀਏ ਤੁਹਾਡੇ ਨਾਲ। ਵਾਕਿਆ ਇਸ ਤਰ੍ਹਾਂ ਵਾ ਕਿ ਦੋ ਚਾਰ ਦਿਨ ਪਹਿਲੇ ਇੱਕ ਪਿੰਡ ਆ ਤੇ ਉਹਦੇ ਵਿੱਚ ਨਾ ਕੁਰਾਨ ਪਾਕ ਦੀ ਬੇਹੁਰਮਤੀ ਕੀਤੀ ਗਈ ਹੈ। ਕੁਰਾਨ ਪਾਕ ਨੂੰ ਨਜ਼ਰ ਆਤਸ਼ ਕੀਤਾ ਗਿਆ ਤੇ ਉਹ ਜਿਹੜੇ ਸ਼ਖਸ ਨੇ ਜਾਂ ਜਿਹੜੇ ਆਦਮੀ ਨੇ ਐਸੀ ਬੇਹੂਦਾ ਹਰਕਤ ਕੀਤੀ ਹੈ ਉਹ ਤੇ ਵਕਤੀ ਤੌਰ ਤੇ ਉਹ ਫਰਾਰ ਹੋਣ 'ਚ ਮਤਲਬ ਉਹ ਕਾਮਯਾਬ ਹੋ ਗਿਆ, ਉਹ ਫਰਾਰ ਹੋ ਗਿਆ। ਲੇਕਿਨ ਜਿਹੜੇ ਅਹਿਲੇ ਇਲਾਕਾ ਦੇ ਪਿੰਡ ਵਾਲੇ ਲੋਕ ਸੀ ਉਹਨਾਂ ਨੇ ਇਹ ਵਾਕਿਆ ਮਤਲਬ ਜਦੋਂ ਉਹਨਾਂ ਨੂੰ ਧੂੰਆਂ ਮਹਿਸੂਸ ਹੋਇਆ, ਜਿਵੇਂ ਮਤਲਬ ਉਹਨੇ ਕੁਰਾਨ ਪਾਕ ਨੂੰ ਅੱਗ ਲਾਈ ਉਸ ਤਰ੍ਹਾਂ ਜਿਵੇਂ ਮਤਲਬ ਧੂੰਆਂ ਮਹਿਸੂਸ ਹੋਇਆ। ਜਿਹੜੇ ਕੁਛ ਬੰਦੇ ਵੇਖ ਰਹੇ ਸੀ ਲਾਗੇ ਤਾਗੇ ਵਾਲੇ ਜਾਂ ਥੋੜ੍ਹੇ ਦੂਰ ਸੀਗੇ ਉਹਨਾਂ ਨੂੰ ਧੂੰਆਂ ਉੱਠਦਾ ਮਹਿਸੂਸ ਹੋਇਆ ਹਵਾ 'ਚ ਤੇ ਉਹਦੀ ਤਰਫ ਜਦੋਂ ਆਏ ਨੇ ਵੇਖਿਆ ਉੱਥੇ ਅੱਗ ਕਿਉਂ ਲੱਗੀ। ਉਨੀ ਦੇਰ ਨੂੰ ਉਹ ਜਿਹੜਾ ਭਾਈ ਸੀ ਉਨੀ ਦੇਰ ਨੂੰ ਫਰਾਰ ਹੋ ਚੁੱਕਿਆ ਸੀ। ਉਹਨਾਂ ਨੇ ਜਾ ਕੇ ਦੇਖਿਆ ਤੇ ਪਤਾ ਲੱਗਾ ਕਿ ਉਹ ਕੁਰਾਨ ਪਾਕ ਸੀਗੇ ਜਿਨ੍ਹਾਂ ਨੂੰ ਉਹਨੇ ਨਜ਼ਰ ਆਤਸ਼ ਕੀਤਾ ਸੀ ਤੇ 3-4 ਤਕਰੀਬਨ ਸ਼ਹੀਦ ਹੋ ਗਏ, ਬਾਕੀ ਕੁਛ ਬਚਾਉਣ ਦੇ ਵਿੱਚ ਕਾਮਯਾਬ ਵੀ ਹੋ ਗਏ। ਐਸਾ ਦਿਲ ਖਰਾਸ਼ ਵਾਕਿਆ ਕਿ ਅਲਫਾਜ਼ ਨਹੀਂ ਬੰਦੇ ਦੇ ਸਾਥ ਦਿੰਦੇ ਕਿ ਕਿਸ ਤਰੀਕੇ ਨਾਲ ਬਿਆਨ ਕੀਤਾ ਜਾਏ। ਲੇਕਿਨ ਅੱਲਾਹ ਪਾਕ ਕੁਰਾਨ ਪਾਕ 'ਚ ਫਰਮਾਉਂਦਾ ਹੈ ਕਿ ਇਹ ਮੈਂ ਹੀ ਕਿਤਾਬ ਉਤਾਰੀ ਹੈ ਤੇ ਬੇਸ਼ੱਕ ਮੈਂ ਹੀ ਇਹਦੀ ਹਿਫਾਜ਼ਤ ਕਰਨੀ ਹੈ। ਅਗਰ ਜਿਸ ਚੀਜ਼ ਦੀ ਹਿਫਾਜ਼ਤ ਅੱਲਾਹ ਪਾਕ ਖੁਦ ਕਰ ਰਿਹਾ, ਖੁਦ ਜ਼ਾਮਨ ਹੈ, ਉਸ ਚੀਜ਼ ਨੂੰ ਜੋ ਮਰਜ਼ੀ ਕਰ ਲਓ ਨੁਕਸਾਨ ਨਹੀਂ ਹੋ ਸਕਦਾ। ਅਗਰ ਤੁਸੀਂ ਚਾਹੁੰਦੇ ਨਾ ਕਿ ਅਗਰ ਮਤਲਬ ਬੰਦਾ ਕਹਿੰਦਾ ਕਿ ਮੈਂ ਕੁਰਾਨ ਪਾਕ ਨੂੰ ਅੱਗ ਲਾ ਦਾਂ ਜਾਂ ਮਤਲਬ ਕੋਈ ਵੀ ਮਤਲਬ ਇੱਦਾਂ ਬੇਹੂਦਾ ਹਰਕਤ ਕਰਨ ਨਾਲ ਮੈਂ ਮੁਸਲਮਾਨਾਂ ਦੇ ਈਮਾਨ ਨੂੰ ਜਾਂ ਦੀਨ ਨੂੰ ਕਮਜ਼ੋਰ ਕਰ ਦਿਆਂਗਾ, ਉਹ ਸਭ ਉਹਦੀ ਗਲਤ ਫਹਿਮੀ ਹੈ। ਇਸ ਤਰ੍ਹਾਂ ਮੁਸਲਮਾਨਾਂ ਦਾ ਦੀਨ ਕਮਜ਼ੋਰ ਨਹੀਂ ਹੋਣਾ। ਹਾਂ, ਥੋੜ੍ਹੇ ਮੁਸਲਮਾਨ ਆਪਣੇ ਈਮਾਨ ਤੋਂ ਤੇ ਦੀਨ ਦੇ ਅਗਰ ਦੇਖਿਆ ਜਾਏ ਤਾਂ ਵੀਕਨੈਸ ਹੈ ਵਾ, ਲੇਕਿਨ ਹਾਲੇ ਮੁਸਲਮਾਨ ਇਸ ਲੈਵਲ ਦੇ ਗਿਰੇ ਹੋਏ ਨਹੀਂ ਕਿ ਉਹਨਾਂ ਦੇ ਸਾਹਮਣੇ ਅਗਰ ਬੇਹੁਰਮਤੀ ਕੀਤੀ ਜਾਏ ਤੇ ਉਹ ਚੁੱਪ-ਚਾਪ ਬੈਠੇ ਰਹਿਣ, ਉਹਦੇ ਮੁਤਲਕ ਬੋਲਣ ਵੀ ਨਾ। ਤੇ ਇਹਦੀ ਰੀਜ਼ਨ ਜਿਹੜੀ ਮਤਲਬ ਮਹਿਸੂਸ ਹੋ ਰਹੀ ਹੈ ਉਹਦੀ ਰੀਜ਼ਨ ਇਹ ਸੀ ਕਿ ਉਹ ਨਾ ਇੰਤਸ਼ਾਰ ਫੈਲਾਉਣਾ ਚਾਹੁੰਦਾ ਸੀ ਬੰਦਾ, ਕਿਉਂਕਿ ਉਸ ਇਲਾਕੇ ਦੇ ਵਿੱਚ ਕੁਛ ਮਸੀਹ ਬਰਾਦਰੀ ਦੇ ਲੋਕ ਵੀ ਕਾਫੀ ਦੇਰ ਤੋਂ ਬਾਅਦ ਸਨ, ਕਾਫੀ ਦੇਰ ਤੋਂ, ਤੇ ਮੁਸਲਮਾਨ ਵੀ ਉੱਥੇ ਕਾਫੀ ਦੇਰ ਤੋਂ ਬਾਅਦ ਸਨ। ਤੇ ਅਗਰ ਉਹਨੇ ਮਤਲਬ ਕੋਈ ਹੁੰਦਾ ਮਸੀਹ ਬਰਾਦਰੀ ਦਾ ਹੁੰਦਾ ਜਾਂ ਕੋਈ ਕਾਲੇ ਇਲਮ ਕਰਨ ਵਾਲਾ ਜਾਂ ਕੋਈ ਵੀ ਬੰਦਾ ਐਸਾ ਹੁੰਦਾ ਤੇ ਜਿਹਨੇ ਕੋਈ ਆਪਣਾ ਮਾਮਲਾ ਸਹੀ ਕਰਨਾ ਤੇ ਉਹ ਐਸੀ ਜਗ੍ਹਾ ਤੇ ਜਾ ਕੇ ਵੀ ਇਦਾਂ ਦੀ ਬੇਹੂਦਾ ਹਰਕਤ ਕਰ ਸਕਦਾ ਸੀ ਜਿੱਥੇ ਕੋਈ ਉਹਨੂੰ ਵੇਖਣ ਵਾਲਾ ਨਾ ਹੋਵੇ। ਲੇਕਿਨ ਨਹੀਂ, ਉਹਨੇ ਬੇਹੂਦਾ ਹਰਕਤ ਕੀਤੀ ਹੈ ਪਬਲਿਕ ਏਰੀਆ ਦੇ ਵਿੱਚ, ਪਬਲਿਕ ਪਲੇਸ ਦੇ ਵਿੱਚ, ਤਾਂ ਕਿ ਮੈਨੂੰ ਕੋਈ ਵੇਖੇ ਤੇ ਲੋਕਾਂ ਦੇ ਵਿੱਚ ਇੰਤਸ਼ਾਰ ਫੈਲੇ ਤੇ ਜਿਹੜੇ ਮੁਸਲਮਾਨ ਹੈ ਅਹਿਲੇ ਇਲਾਕਾ ਦੇ ਮੁਸਲਮਾਨ ਨੇ ਉਹ ਜਾ ਕੇ ਮਸੀਹੀ ਬਰਾਦਰੀ ਦੇ ਇਮਲਾਕ ਨੂੰ ਸਾੜਨ ਦੀ ਕੋਸ਼ਿਸ਼ ਕਰਨ ਜਾਂ ਉਹਨਾਂ ਤੇ ਤਸ਼ੱਦਦ ਵਗੈਰਾ ਕਰਨ। ਤੇ ਲੇਕਿਨ ਕੁਛ ਸਾਡੇ ਮਤਲਬ ਉਸ ਇਲਾਕੇ ਦੇ ਮਾਲੂਮ ਹੋਇਆ ਕਿ ਕੁਛ ਉਸ ਇਲਾਕੇ ਦੇ ਜਿਹੜੇ ਐਸੇ ਨੌਜਵਾਨ ਐਸੇ ਜਿਨ੍ਹਾਂ ਨੇ ਆਪਣੀ ਖੁਆਇਸ਼ ਜ਼ਾਹਰ ਕੀਤੀ ਕਿ ਮਸੀਹ ਬਰਾਦਰੀ ਦਾ ਕੰਮ ਹੈ, ਲਿਹਾਜ਼ਾ ਅਸੀਂ ਉਹਨਾਂ ਨੂੰ ਛੱਡਣਾ ਨਹੀਂ ਹੈ। ਲੇਕਿਨ ਉੱਥੇ ਕੁਛ ਐਸੇ ਵੀ ਬੰਦੇ ਹੈ ਸਨ ਜਿਹੜੇ ਇਸ ਗੱਲ ਨੂੰ ਸਮਝੇ ਗਏ ਇੰਤਸ਼ਾਰ ਫੈਲਾਉਣ ਦੀ ਵਜ੍ਹਾ ਤੋਂ ਕੰਮ ਕੀਤਾ ਗਿਆ। ਉਹਨਾਂ ਨੇ ਉਹਨਾਂ ਨੂੰ ਮਨਾ ਕੀਤਾ ਕਿ ਨਹੀਂ, ਕਿਉਂਕਿ ਸਾਡੇ ਇਲਾਕੇ ਦੇ ਜਿਹੜੇ ਮਸੀਹੀ ਬਰਾਦਰੀ ਦੇ ਐਸੇ ਬੰਦੇ ਹਨ ਉਹ ਇਸ ਤਰ੍ਹਾਂ ਦਾ ਬੇਹੂਦਾ ਹਰਕਤ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਰੀ ਦਿਹਾੜੀ ਤੋਂ ਸਾਡੇ ਨਾਲ ਮਤਲਬ ਖੱਜਲ ਹੁੰਦੇ ਰਹਿੰਦੇ, ਸਾਰੀ ਦਿਹਾੜੀ ਸਾਡੇ ਨਾਲ ਕੰਮ ਕਰਦੇ ਨੇ ਕਿ ਇਸ ਟਾਈਮ ਉਹਨਾਂ ਨੂੰ ਫੁਰਸਤ ਮਿਲੇਗੀ ਇੱਦਾਂ ਦਾ ਕੰਮ ਕਰਨ ਦੀ। ਤੇ ਲਿਹਾਜ਼ਾ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਤੁਸੀਂ ਇੱਦਾਂ ਦਾ ਕੰਮ ਨਹੀਂ ਕਰਨਾ। ਤੇ ਉਸੇ ਸ਼ਾਮ ਹੀ ਉੱਥੇ ਪਿੰਡ 'ਚ ਇਕੱਠ ਕੀਤਾ ਗਿਆ। ਇਕੱਠ ਕਰਕੇ ਉਹਨਾਂ ਨੇ ਦੱਸਿਆ ਕਿ ਅਸੀਂ ਇਸ ਮੁਜ਼ੰਮਤ ਕਰਨੇ ਆ, ਜਿਹੜਾ ਵਾਕਿਆ ਰੋਣਮਾ ਅਸੀਂ ਇਸ ਦੀ ਮੁਜ਼ੰਮਤ ਕਰਨੇ ਆ। ਲਿਹਾਜ਼ਾ ਅੱਗੇ ਤੋਂ ਇਸ ਚੀਜ਼ ਦਾ ਮਤਲਬ ਖਾਸ ਖਿਆਲ ਰੱਖਿਆ ਜਾਏ ਕਿ ਸਾਡੇ ਪਿੰਡ 'ਚ ਕੋਈ ਬੇਗਾਨਾ ਬੰਦਾ ਅਗਰ ਨਜ਼ਰ ਆਉਂਦਾ ਕਿਸੇ ਨੂੰ ਤੇ ਤੁਸੀਂ ਉਹਨੂੰ ਪੁੱਛ ਸਕਦੇ ਹੋ ਕਿ ਹਾਂ ਭਾਈ ਤੂੰ ਇੱਧਰ ਕੀ ਲੈਣਾ ਹੈ, ਕੀ ਕਰਨ ਕੀ ਹੈ, ਤੇਰਾ ਕੰਮ ਕੀ, ਤੇਰਾ ਨਾਂ ਕੀ, ਕਿੱਥੋਂ ਹੈ, ਕਿੱਧਰ ਚੱਲਣਾ, ਤਾਂ ਕਿ ਸਾਨੂੰ ਪਤਾ ਹੋਵੇ ਕਿ ਫਲਾਣਾ ਬੰਦਾ ਫਲਾਣੀ ਥਾਂ ਤੋਂ ਹੈ, ਫਲਾਣੇ ਘਰ ਚੱਲਾ ਵਾ, ਤਾਂ ਕਿ ਬਾਅਦ ਆਣੇ ਜਿਹੜੇ ਬਾਅਦ 'ਚ ਵੀ ਅਗਰ ਕਿਸੇ ਨੇ ਇੱਦਾਂ ਦੀ ਬੇਹੂਦਾ ਹਰਕਤ ਕੀਤੀ ਵੀ ਤੇ ਉਹਨੂੰ ਬਰ ਵਕਤ ਅਸੀਂ ਰੋਕ ਸਕੀਏ। ਤੇ ਇੰਤਜ਼ਾਮੀਆ ਨੇ
ਪੁਲਿਸ ਨਾਲ ਵੀ ਰਾਬਤਾ ਕੀਤਾ ਹੋਇਆ, ਪੁਲਿਸ ਵੀ ਇਸ ਮਾਮਲੇ ਦੇ ਵਿੱਚ ਪੂਰੀ ਮਤਲਬ ਨਾ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਿਹੜੇ ਬੰਦੇ ਨੇ ਇੱਦਾਂ ਦੀ ਬੇਹੂਦਾ ਹਰਕਤ ਕੀਤੀ ਹੈ ਉਹਨੂੰ ਫੜਿਆ ਜਾਵੇ ਤੇ ਉਹਨੂੰ ਉਹਦੇ ਵਾਸਲੇ ਜਹੰਨਮ ਕੀਤਾ ਜਾਵੇ। ਕਿਉਂਕਿ ਅੱਲਾਹ ਪਾਕ ਨੇ ਕੁਰਾਨ ਪਾਕ 'ਚ ਫਰਮਾਇਆ ਕਿ ਮੈਂ ਇਹਦੀ ਹਿਫਾਜ਼ਤ ਕਰਨ ਵਾਲਾ ਵਾਂ ਤੇ ਬੇਸ਼ੱਕ ਅੱਲਾਹ ਪਾਕ ਨੇ ਇਹਦੀ ਹਿਫਾਜ਼ਤ ਕਰਨੀ ਹੈ ਆਪਣੀ ਕਿਤਾਬ ਦੀ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਮਹਿਫੂਜ਼ ਹੈ ਕੁਰਾਨ ਪਾਕ। ਇੱਦਾਂ ਦੇ ਉੱਚੇ ਹੱਥਕੰਡੇ ਅਪਣਾਉਣ ਨਾਲ ਕੋਈ ਕਿਸੇ ਦਾ ਕੁਛ ਨਹੀਂ ਵਿਗਾੜ ਸਕਦਾ। ਤੇ ਬਾਕੀ ਕੁਰਾਨ ਪਾਕ ਦੇ ਵਿੱਚ ਇੱਕ ਜਗ੍ਹਾ ਤੇ ਹੋਰ ਵੀ ਫਰਮਾਇਆ ਗਿਆ ਕਿ ਅਗਰ ਕੋਈ ਵੀ ਇੱਦਾਂ ਦੀ ਬੇਹੁਰਮਤੀ ਜਾਂ ਇੱਦਾਂ ਦੀ ਲੋਕਾਂ ਦੇ ਵਿੱਚ ਇੰਤਸ਼ਾਰ ਫੈਲਾਉਂਦਾ, ਮੁਸਲਿਮ ਰਿਆਸਤ ਦੇ ਵਿੱਚ ਅਗਰ ਕੋਈ ਇੰਤਸ਼ਾਰ ਫੈਲਾਉਂਦਾ ਹੈ ਤੇ ਉਹਨੂੰ ਕਤਲ ਕਰ ਦਿੱਤਾ ਜਾਵੇ। ਤੇ ਲਿਹਾਜ਼ਾ ਇੰਤਜ਼ਾਮੀਆ ਅੱਗੇ ਵੀ ਅਪੀਲ ਹੈ ਮੇਰੀ ਕਿ ਜਲਦ ਤੋਂ ਜਲਦ ਇੱਦਾਂ ਦਾ ਜਿਹੜੇ ਬੰਦੇ ਨੇ ਇੱਦਾਂ ਦੀ ਬੇਹੂਦਾ ਹਰਕਤ ਕੀਤੀ ਉਹਨੂੰ ਪਕੜ ਕੇ ਉਹਨੂੰ ਉਹਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਅਹਿਲੇ ਇਲਾਕਾ ਜਿਹੜਾ ਨਾ ਇੰਤਸ਼ਾਰ ਦਾ ਸ਼ਿਕਾਰ ਨਾ ਹੋਣ, ਉਹ ਆਪਣੇ ਦੀਨ ਦੀ ਹਿਫਾਜ਼ਤ ਕਰ ਸਕਣ ਤੇ ਐਵੇਂ ਕਿਸੇ ਵੀ ਬੰਦੇ ਤੇ ਐਵੇਂ ਮਤਲਬ ਨਾਜਾਇਜ਼ ਤਰੀਕੇ ਤੇ ਤਸ਼ੱਦਦ ਨਾ ਕਰ ਸਕਣ। ਮਤਲਬ ਜ਼ਾਹਿਰੀ ਗੱਲ ਇੱਕ ਬੰਦੇ ਦੇ ਈਮਾਨ ਨੂੰ ਠੋਕਰ ਮਾਰੀ ਜੇ ਤੇ ਉਹਦਾ ਜਜ਼ਬਾ ਇਮਾਨੀ ਤੇ ਇਹੀ ਕਹੇਗਾ ਨਾ ਕਿ ਬਸ ਜਿਹਨੇ ਮੈਨੂੰ ਇੱਦਾਂ ਕਿਹਾ ਮੈਂ ਤਾਂ ਬਸ ਉਹਨੂੰ ਛੱਡਣਾ ਨਹੀਂ ਹੈ। ਤੇ ਅਹਿਲੇ ਇਲਾਕਾ ਵਾਸਤੇ ਵੀ ਅਪੀਲ ਹੈ ਕਿ ਉਹ ਸਬਰ ਦਾ ਪੈਮਾਨਾ ਕਾਬੂ ਰੱਖਣ, ਸਬਰ ਨਾ ਛੱਡਣ, ਤਹਮਲ ਨਾਲ ਕੰਮ ਲੈਣ ਤੇ ਪੁਲਿਸ ਇੰਤਜ਼ਾਮੀਆ ਅੱਗੇ ਵੀ ਗੁਜ਼ਾਰਿਸ਼ ਕੀਤੀ ਜਾਂਦੀ ਕਿ ਉਹ ਬੰਦੇ ਨੂੰ ਜਲਦ ਤੋਂ ਜਲਦ ਪਕੜ ਕੇ ਵਾਸਲੇ ਜਹੰਨਮ ਕੀਤਾ ਜਾਏ ਤੇ ਅਹਿਲੇ ਇਲਾਕਾ ਵਿੱਚ ਜਿਹੜਾ ਇੰਤਸ਼ਾਰ ਦਾ ਮਾਹੌਲ ਹੈ ਨਾ ਉਹ ਖ਼ਤਮ ਕੀਤਾ ਜਾਏ ਤੇ ਪਿਆਰ ਤੇ ਮੁਹੱਬਤ ਨਾਲ ਰਿਹਾ ਜਾਏ। ਜਿਸ ਤਰ੍ਹਾਂ ਸਾਲਾਂ ਸਾਲ ਤੋਂ ਅਸੀਂ ਉਸ ਪਿੰਡ ਦੇ ਵਿੱਚ ਮੌਜੂਦ ਹੈ ਉਹ ਬਿਲਕੁਲ ਉਸੇ ਤਰ੍ਹਾਂ ਰਿਹਾ ਜਾਏ। ਤੇ ਬਹੁਤ ਦਿਲਖਰਾਸ਼ ਵਾਕਿਆ ਸੀ। ਅੱਲਾਹ ਪਾਕ ਅੱਗੇ ਦੁਆ ਹੈ ਕਿ ਅੱਲਾਹ ਪਾਕ ਉਹਨੂੰ ਇਹਦਾ ਜੋ ਉਹਨੇ ਹਰਕਤ ਕੀਤੀ ਉਹਨੂੰ ਸਜ਼ਾ ਮਿਲੇ ਤੇ ਅੱਲਾਹ ਪਾਕ ਅੱਗੇ ਦੁਆ ਹੈ ਕਿ ਜਾਣੇ ਅਣਜਾਣੇ 'ਚ ਮੇਰੇ ਮੂੰਹ 'ਚ ਕੋਈ ਐਸਾ ਅਲਫਾਜ਼ ਨਿਕਲਿਆ ਹੋਵੇ ਤੇ ਉਹਦੇ ਉੱਤੇ ਪਕੜ ਨਾ ਆਵੇ, ਅੱਲਾਹ ਪਾਕ ਉਹਨੂੰ ਮਾਫ਼ ਫਰਮਾਵੇ। ਤੇ ਨਾਜ਼ਰੀਨ ਫਿਰ ਮਿਲਾਂਗੇ ਇਨਸ਼ਾਅੱਲਾ ਕੋਈ ਅੱਛੀ ਵੀਡੀਓ ਤੋਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਫਾਲੋ ਕਰੋ ਤੇ ਸਾਡੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਆ ਕਰੋ। ਇੱਕ ਬੜੀ ਮਤਲਬ ਦਿਲ ਨਾਲ ਵੀਡੀਓ ਬਣਾਈ ਦੀ ਹੈ ਤੇ ਅਗਰ ਤੁਸੀਂ ਫਾਲੋ ਤੇ ਸਬਸਕ੍ਰਾਈਬ ਕਰੋਗੇ ਤੇ ਸਾਡੀ ਹਿੰਮਤ ਅਫਜ਼ਾਈ ਹੋਏਗੀ, ਅਸੀਂ ਹੋਰ ਇਨਸ਼ਾਅੱਲਾ ਮਜ਼ੀਦ ਅੱਛੀ ਵੀਡੀਓ ਵੀ ਬਣਾਵਾਂਗੇ। ਤੇ ਹੁਣ ਮੈਂ ਇਜਾਜ਼ਤ ਚਾਹੁੰਦਾ ਵਾਂ। ਅੱਲਾਹ ਹਾਫਿਜ਼।